आज़ादी का अमृत महाउत्सव ਨੂੰ ਸਮਰਪਿਤ आज़ादी का सफ़र तहत ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਮਹਾਨ ਸੁਤੰਤਰਤਾ ਸੰਗਰਾਮੀ ਜਤਿੰਦਰ ਦਾਸ ਨਾਥ ਤੋਂ ਇਲਾਵਾ ਆਪਰੇਸ਼ਨ ਪੋਲੋ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬੰਗਾਲ ਤੋਂ ਸੁਤੰਤਰਤਾ ਸੰਗਰਾਮ ਦੇ ਇੱਕ ਬਹਾਦਰ ਯੋਧੇ ਦੀ ਕਹਾਣੀ। ਅੱਜ ਦੇ ਇਹ ਦਿਨ 1929 ਵਿੱਚ ਭਾਰਤ ਦੀ ਮਹਾਨ ਸਪੂਤ ਜਤਿੰਦਰ ਦਾਸ ਨਾਥ ਨੇ 25 ਸਾਲ ਦੀ ਛੋਟੀ ਜਿਹੀ ਉਮਰ 'ਚ ਦੇਸ਼ ਦੀ ਆਜ਼ਾਦੀ ਦੇ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ। ਜਤਿੰਦਰ ਦੇ ਨਾਂ ਨਾਲ ਪ੍ਰਸਿੱਧ ਇਸ ਸੁਤੰਤਰਤਾ ਸੈਨਾਨੀ ਨੇ ਆਪਣੇ ਅਨੋਖੇ ਅੰਦਾਜ਼ ਵਿੱਚ ਅੰਗਰੇਜ਼ਾਂ ਦੀ ਤਾਕਤ ਨੂੰ ਵੰਗਾਰਿਆ ਸੀ। ਜਤਿੰਦਰ ਦਾਸ ਦਾ ਜਨਮ 27 ਅਕਤੂਬਰ 1904 ਨੂੰ ਕਲਕੱਤਾ ਵਿੱਚ ਹੋਇਆ ਸੀ। ਖੇਡਣ ਟੱਪਣ ਦੀ ਉਮਰ ਵਿੱਚ ਹੀ ਉਹ ਬੰਗਾਲ ਵਿੱਚ ਸਰਗਰਮ ਅਨੁਸ਼ੀਲਨ ਕਮੇਟੀ ਵਿੱਚ ਸ਼ਾਮਲ ਹੋ ਗਏ ਸਨ। ਬਾਅਦ ਵਿੱਚ ਜਤਿੰਦਰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਲ ਜੁੜੇ ਅਤੇ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਮਿਲ ਕੇ ਕੰਮ ਕੀਤਾ। ਸਿਰਫ 17 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਨਾ ਮਿਲਵਰਤਨ ਅੰਦੋਲਨ ਵਿੱਚ ਹਿੱਸਾ ਲਿਆ ਸੀ। ਉਹ ਇੱਕ ਬੇहद ਪ੍ਰਭਾਵਸ਼ਾਲੀ ਵਿਦਿਆਰਥੀ ਸਨ, ਪਰ ਉਹਨਾਂ ਨੇ ਪੜ੍ਹਨ ਲਿਖਣ ਦੀ ਬਜਾਏ ਆਪਣੀ ਜ਼ਿੰਦਗੀ ਸੁਤੰਤਰਤਾ ਅੰਦੋਲਨ ਨੂੰ ਸਮਰਪਿਤ ਕਰ ਦਿੱਤੀ ਸੀ। ਉਹਨਾਂ ਦਿਨਾਂ ਦੌਰਾਨ ਜੇਲ੍ਹਾਂ ਵਿੱਚ ਬੰਦ ਕੈਦੀਆਂ ਨਾਲ ਅੰਗਰੇਜ਼ ਸਰਕਾਰ ਦੇ ਬਹੁਤ ਜ਼ਿਆਦਾ ਮਾੜੇ ਵਤੀਰੇ ਨੇ ਜਤਿੰਦਰ ਦਾਸ ਨੂੰ ਹਿਲਾ ਕੇ ਰੱਖ ਦਿੱਤਾ। ਕੈਦੀਆਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਦੇ ਲਈ ਉਹਨਾਂ ਨੇ ਭੁੱਖ ਹੜਤਾਲ ਕਰਨ ਦਾ ਫੈਸਲਾ ਕਰ ਲਿਆ। ਉਹ 63 ਦਿਨਾਂ ਤੱਕ ਲਾਹੌਰ ਜੇਲ੍ਹ ਵਿੱਚ ਅਨਸ਼ਨ ਤੇ ਰਹੇ ਅਤੇ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਨੌਜਵਾਨ ਕ੍ਰਾਂਤੀਕਾਰੀ ਦੀ ਇਸ ਕੁਰਬਾਨੀ ਦਾ ਜੇਲ੍ਹ ਦੇ ਅਧਿਕਾਰੀਆਂ ਤੇ ਪ੍ਰਭਾਵ ਪਿਆ ਅਤੇ ਉਹਨਾਂ ਨੂੰ ਰਾਜਨੀਤਿਕ ਕੈਦੀਆਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਝੁਕਣਾ ਪਿਆ। ਇਨ੍ਹਾਂ ਕ੍ਰਾਂਤੀਕਾਰੀਆਂ ਨੂੰ 14 ਜੂਨ 1929 ਨੂੰ ਲਾਹੌਰ ਸਾਜ਼ਿਸ਼ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ, ਜੋ ਅੰਗਰੇਜ਼ ਪੁਲਿਸ ਅਧਿਕਾਰੀ ਜੌਨ ਸਾਂਡਰਸ ਦੀ ਹੱਤਿਆ ਨਾਲ ਜੁੜਿਆ ਸੀ। ਰਾਜਨੀਤਿਕ ਕੈਦੀਆਂ ਦੇ ਅਧਿਕਾਰਾਂ ਲਈ ਲੜਨ ਵਾਲੇ ਜਤਿੰਦਰ ਦਾਸ ਨੂੰ ਭੁੱਖ ਹੜਤਾਲ ਦੌਰਾਨ ਕਈ ਮੁਸ਼ਕਲਾਂ ਦਾ ਟਾਕਰਾ ਕਰਨਾ ਪਿਆ। ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਜ਼ਬਰਦਸਤੀ ਖਾਣਾ ਖਿਲਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨਾਲ ਉਹਨਾਂ ਦੇ ਫੇਫੜੇ ਖਰਾਬ ਹੋ ਗਏ। ਜਤਿੰਦਰ ਦਾ ਮ੍ਰਿਤ ਸਰੀਰ ਜਦੋਂ ਬੰਗਾਲ ਪਹੁੰਚਿਆ ਤਾਂ ਉਸ ਨੂੰ ਲੈਣ ਲਈ ਹਾਵੜਾ ਰੇਲਵੇ ਸਟੇਸ਼ਨ ਤੇ ਸੁਭਾਸ਼ ਚੰਦਰ ਬੋਸ ਪਹੁੰਚੇ ਸਨ। ਰਿਕਾਰਡ ਮੁਤਾਬਿਕ ਜਤਿੰਦਰ ਦਾਸ ਦੇ ਅੰਤਿਮ ਸੰਸਕਾਰ ਵਿੱਚ 7 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਸਨ। ਸੁਭਾਸ਼ ਚੰਦਰ ਬੋਸ ਨੇ ਉਸ ਵੇਲੇ ਦੇਸ਼ ਦੇ ਨੌਜਵਾਨ ਦਤੀਚੀ ਦੇ ਰੂਪ ਦੇ ਵਿੱਚ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਸੀ। ਅੱਜ ਦੇ ਹੀ ਦਿਨ 1948 ਵਿੱਚ ਭਾਰਤੀ ਸੈਨਾ ਨੇ ਹੈਦਰਾਬਾਦ ਰਿਆਸਤ ਨੂੰ ਭਾਰਤੀ ਖੇਤਰ ਵਿੱਚ ਸ਼ਾਮਲ ਕਰਨ ਦੇ ਲਈ ਆਪਰੇਸ਼ਨ ਪੋਲੋ ਸ਼ੁਰੂ ਕੀਤਾ ਸੀ। 1948 ਤੱਕ ਜ਼ਿਆਦਾਤਰ ਰਿਆਸਤਾਂ ਦਾ ਭਾਰਤ ਵਿੱਚ ਰਲੇਵਾਂ ਹੋਇਆ ਸੀ, ਪਰ ਹੈਦਰਾਬਾਦ ਰਿਆਸਤ ਨੇ ਨਾ ਤਾਂ ਪਾਕਿਸਤਾਨ ਵਿੱਚ ਅਤੇ ਨਾ ਹੀ ਭਾਰਤ ਵਿੱਚ ਸ਼ਾਮਲ ਹੋਣ ਦਾ ਵਿਕਲਪ ਚੁਣਿਆ। ਉਸ ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੇ ਹੈਦਰਾਬਾਦ ਦੇ ਨਿਜ਼ਾਮ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਸ਼ਾਮਲ ਹੋ ਜਾਣ, ਪਰ ਉਹਨਾਂ ਨੇ ਇਨਕਾਰ ਕਰ ਦਿੱਤਾ। ਨਿਜ਼ਾਮ ਨੇ ਸ਼ੁਰੂਆਤ ਵਿੱਚ ਹੈਦਰਾਬਾਦ ਨੂੰ ਸੰਵਿਧਾਨਕ ਰਾਜਤੰਤਰ ਦੇ ਰੂਪ ਦੇ ਵਿੱਚ ਰਾਸ਼ਟਰ ਮੰਡਲ ਵਿੱਚ ਸ਼ਾਮਲ ਕਰਨ ਦੇ ਲਈ ਅੰਗਰੇਜ਼ ਸਰਕਾਰ ਨਾਲ ਸੰਪਰਕ ਕੀਤਾ ਸੀ। ਹਾਲਾਂਕਿ ਭਾਰਤ ਦੇ ਆਖਰੀ ਵਾਇਸਰਾਏ ਲਾਰਡ ਲੂਇਸ ਮਾਊਂਟਬੈਟਨ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦਿਨਾਂ ਵਿੱਚ ਹੈਦਰਾਬਾਦ ਨੂੰ ਭਾਰਤ ਵਿੱਚ ਮਿਲਾਉਣ ਦੀ ਮੰਗ ਨੂੰ ਲੈ ਕੇ ਆਰੀਆ ਸਮਾਜ ਅਤੇ ਸਵਾਮੀ ਰਾਮਾਨੰਦ ਤੀਰਥ ਦੀ ਅਗਵਾਈ ਹੇਠ ਸਟੇਟ ਪੀਪਲਸ ਕਾਂਗਰਸ ਅੰਦੋਲਨ ਚੱਲ ਰਿਹਾ ਸੀ। ਇਸ ਦੌਰਾਨ ਨਿਜ਼ਾਮ ਅਧੀਨ ਹੈਦਰਾਬਾਦ ਰਿਆਸਤ ਵਿੱਚ ਕਿਸਾਨਾਂ ਦਾ ਸ਼ੋਸ਼ਣ ਵਧ ਰਿਹਾ ਸੀ। ਰਿਆਸਤ ਦੀ 40% ਜ਼ਮੀਨ ਉੱਪਰ ਜਾਂ ਤਾਂ ਸਿੱਧੇ ਤੌਰ ਤੇ ਨਿਜ਼ਾਮ ਦੀ ਮਾਲਕੀ ਸੀ ਜਾਂ ਫਿਰ ਉਸਨੇ ਵਿਸ਼ੇਸ਼ ਜਾਗੀਰ ਦੇ ਰੂਪ ਵਿੱਚ ਟਨਾਡ ਲੋਕਾਂ ਨੂੰ ਜ਼ਮੀਨਾਂ ਤੇ ਦਿੱਤੀਆਂ ਸਨ। 1940 ਤੱਕ ਨਿਜ਼ਾਮ ਅਤੇ ਉਸ ਦੀਆਂ ਨੀਤੀਆਂ ਵਿਰੁੱਧ ਕਿਸਾਨਾਂ ਦੇ ਵਿਰੋਧ ਨੇ ਅੰਦੋਲਨ ਦਾ ਰੂਪ ਲੈ ਲਿਆ ਸੀ ਅਤੇ 1946 ਦੇ ਆਉਂਦੇ ਹਾਲਾਤ ਚਰਮ ਸੀਮਾ ਤੱਕ ਪਹੁੰਚ ਗਏ। బండి కట్టి పదహారు బండ్లు కట్టి ఏ బండే
ਸਤੰਬਰ 1948 ਦੀ ਸਵੇਰ ਨੂੰ ਜਦੋਂ ਜ਼ਿਆਦਾਤਰ ਲੋਕ ਸੋ ਰਹੇ ਸਨ, ਤਕਰੀਬਨ 4 ਵਜੇ ਤੜਕੇ ਭਾਰਤੀ ਸੈਨਾ ਰਿਆਸਤ ਵਿੱਚ ਦਾਖਲ ਹੋਈ। ਸੈਨਾ ਨੇ ਸਭ ਤੋਂ ਪਹਿਲਾਂ ਸੋਲਾਪੁਰ ਸਿਕੰਦਰਾਬਾਦ ਰਾਜਮਾਰਗ ਤੇ ਸਥਿਤ ਨਾਲ ਦੁਰਗ ਕਿਲੇ ਤੇ ਕਾਰਵਾਈ ਕੀਤੀ। ਸੈਨਾ ਲਗਾਤਾਰ ਅੱਗੇ ਵਧਦੀ ਰਹੀ ਅਤੇ 17 ਸਤੰਬਰ 1948 ਦੀ ਸ਼ਾਮ 5 ਵਜੇ ਨਿਜ਼ਾਮ ਨੇ ਜਗਬੰਦੀ ਦਾ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਨਿਜ਼ਾਮ ਨੂੰ ਭਾਰਤ ਵਿੱਚ ਸ਼ਾਮਲ ਹੋਣ ਦੇ ਦਸਤਾਵੇਜ਼ਾਂ ਤੇ ਦਸਤਖਤ ਕਰਨੇ ਪਏ।